गल करांगे वड्डी खबर दी। किसान अंदोलन लगातार जारी है। एसएफ चाले केंद्र दे नाल अज मीटिंग सी, पर केंद्र नाल गलबात टुटन तो बाद किसानां ने हंगामी मीटिंग सद लई है। जी हां, पंजाब दीआं 32 किसान जथेबंदियां वल्लों सिंघू बॉर्डर ते मीटिंग सदी गई है। सारे आगूआं नूं हाज़र रहण दी हदायत भी दे दी गई है। दस दिए कि केंद्र दे नाल किसानां दी 11वें दौर की बैठक बेसिट्टा साबित हुई। 11 दौर तो बाद भी 11 मीटिंगां तो बाद भी सिट्टा कोई नहीं निकल सकिया। इसे करके हुण किसान आगुआं वालों हंगामी मीटिंग सद ली गई है सिंघू बॉर्डर ते। सरकार दे नाल अगली मीटिंग की भी कोई तारीख तय नहीं की गई। सरकार ने किसानों को कानून सस्पेंड करने दे अपने पुराने सुझाव ते मुड़ विचार करने के लिए कहा गया है कि जेकर साडे सुझाव ते सहमति दिओ तां दोबारा असीं गलबात कर सकते हैं। इस दे उपर किसानों ने अज की मीटिंग दे विच कहा कि हुण असीं 26 जनवरी की ट्रैक्टर परेड की तैयारी करांगे। ट्रैक्टर परेड तो होके ही रहेगी, पर उस तो पहला जिस ढंग के नाल हंगामी मीटिंग सद्दी गई है सिंघू बॉर्डर से, वेखना होगा कि किसान आगू हुण अगे की स्टैंड रखते हैं, अगे की कुछ रुख अख्तियार करते हैं। क्योंकि 11 दौर थोड़े नहीं होंगे। 11 दौर की मीटिंगां होईयां, पर अज की मीटिंग भी बेसिट्टा रहने तो बाद यह स्थिति हुण एक डैडलॉक वाल, एक अजिहे डैडलॉक वाल वधदी विखाई दे रही है, जो कि तोड़ना शायद आने वाले नेड़ले समय के आसान नहीं होगा। सरकार ने स्पष्ट कह दिता है कि साडे कोल इस तो वध देण नूं कुछ नहीं है। किसान आगुआं ने कह दिता है कि असीं तां पहले दिन तो कह रहे हैं कि खेती कानून रद्द करो, उस तो घट सानूं कुछ भी मंजूर नहीं है। पर हुण वेखना होगा कि जब किसानां ने हंगामी मीटिंग सद्दी है तां उस दे विच की कुछ विचारां हुंदियां ने, की कुछ फैसले हुंदे ने। ਲੱਖਾਂ ਦੀ ਤਾਦਾਦ 'ਚ ਟਰੈਕਟਰ ਆ ਰਹੇ ਨੇ ਸਾਰੇ ਦੇਸ਼ ਵਿੱਚੋਂ, ਔਰ ਸਾਰਿਆਂ ਨੂੰ ਇੱਕੋ ਅਪੀਲ ਹੈ ਵੀ ਸ਼ਾਂਤਮਈ ਰਹਿਣਾ। ਇੱਕ ਫਾਰਮੂਲਾ ਯਾਦ ਰੱਖੋ, ਜੇ ਤਾਂ ਸ਼ਾਂਤਮਈ ਰਹੋਗੇ ਤਾਂ ਤੁਸੀਂ ਜਿੱਤੋਗੇ, ਜੇ ਵਾਇਲੈਂਸ ਆ ਗਿਆ ਤਾਂ ਸਰਕਾਰ ਜਿੱਤੇਗੀ। ਇਹ ਤੁਹਾਡਾ ਮੋਰਚਾ ਹੈ, ਇਹ ਸਾਬਤ ਕਰੋ। ਦੁਨੀਆ ਦਾ ਯੂਨੀਕ ਤੁਸੀਂ ਜਿਹੜੀ ਹੈ ਟਰੈਕਟਰ ਪਰੇਡ ਉਹ ਕਰਨ ਜਾ ਰਹੇ ਹੋ, ਤੇ ਇਹਦੇ 'ਚ ਸ਼ਾਂਤੀ ਰੱਖਣਾ ਤੁਹਾਡੀ ਮੁੱਢਲੀ ਡਿਊਟੀ ਹੈ। ਰਾਜੇਵਾਲ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਸਰਕਾਰ ਅੱਜ ਬਿਲਕੁਲ ਅੜੀ ਤੇ ਆ ਗਈ ਆਪਣੀ ਤੇ? ਸਰਕਾਰ ਦਾ ਰਵੱਈਆ ਬਹੁਤ ਮਾੜਾ ਸੀ। ਸਿਰਫ 9 ਮਿੰਟ ਕੇ 10 ਮਿੰਟ ਗੱਲ ਕਰਕੇ ਸਾਨੂੰ ਕਹਿ ਕੇ ਵੀ ਤੁਸੀਂ ਵੀ ਵਿਚਾਰ ਕਰ ਲਓ, ਅਸੀਂ ਵਿਚਾਰ ਕਰ ਲੈਂਦੇ ਹਾਂ। ਮੁੜ ਕੇ 4-5 ਘੰਟੇ ਬਾਅਦ ਆਏ। ਅਸੀਂ ਅੰਤ ਦੇਖਿਆ ਉਹਨਾਂ ਦਾ ਵੀ ਉਹ ਕਿੱਥੇ ਤੱਕ ਜਾਂਦੇ ਨੇ, ਤੇ ਉਹ ਤੋਂ ਬਾਅਦ ਆ ਕੇ ਡਿਕਟੇਟਰਾਂ ਵਾਂਗ ਆਪਣੀ ਗੱਲ ਸੁਣਾ ਕੇ ਚਲੇ ਗਏ। ਤਰੀਕ ਦੀ ਰਣਨੀਤੀ ਬਿਲਕੁਲ ਸਾਫ਼ ਹੈ। ਅਸੀਂ ਜਿਹੜੀ ਰਿੰਗ ਰੋਡ ਆ ਉਹਦੇ ਤੇ ਟਰੈਕਟਰ ਪਰੇਡ ਕਰਾਂਗੇ। ਸਰਕਾਰ ਨੇ ਅਜੇ ਤੱਕ ਤੁਹਾਨੂੰ ਰੂਟ ਨਹੀਂ ਦਿੱਤਾ। ਸਰਕਾਰ ਤੋਂ ਅਸੀਂ ਹੁਣ ਲੈਣਾ ਵੀ ਨਹੀਂ। ਅਸੀਂ ਉਹਨਾਂ ਨੂੰ ਕਹਿ ਦਿੱਤਾ ਹੋਇਆ ਵੀ ਇਸ ਰੂਟ ਤੇ ਅਸੀਂ ਕਰਨੀ ਹੈ। ਜੇਕਰ ਕਨਫਰੰਟੇਸ਼ਨ ਹੁੰਦਾ ਰਾਜੇਵਾਲ ਸਾਹਿਬ, ਕੌਣ ਇਹ ਜ਼ਿੰਮੇਵਾਰ? ਸਰਕਾਰ ਜ਼ਿੰਮੇਵਾਰ ਹੋਊ। ਅਸੀਂ 3 ਮੀਟਿੰਗਾਂ ਕਰ ਚੁੱਕੇ ਹਾਂ, ਹੁਣ ਵੀ ਸਾਡੇ ਬੰਦੇ ਗਏ ਮੀਟਿੰਗ ਕਰਨ। ਇਹ ਤੋਂ ਬਾਅਦ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਕੋਈ ਮੌਕਾ ਨਹੀਂ ਦਿੱਤਾ। तो जे सरकार भजदी है तो ਉਹਦੀ ਇੱਛਾ। ਕਿਸਾਨਾਂ ਨੂੰ ਹਮੇਸ਼ਾ ਹੀ ਧਮਕੀ ਦਿੰਦੇ ਨੇ, ਕਿਸਾਨ ਡਰਨ ਵਾਲੇ ਨਹੀਂ। ਡਾਕਟਰ ਦਰਸ਼ਨਪਾਲ ਨੂੰ ਜਿਹੜੇ ਫੋਨ ਆ ਰਹੇ ਨੇ ਉਹਨਾਂ ਦਾ ਮੁੱਦਾ ਵੀ ਚੁੱਕਿਆ ਗਿਆ? ਉਹ ਚੁੱਕਿਆ। ਇਹ ਜੇ ਬਹੁਤ ਤੁਰੇ ਫਿਰਦੇ ਨੇ ਧਮਕੀ ਦੇਣ ਵਾਲੇ। ਇਦਾਂ ਰਾਜੇਵਾਲ ਸਾਹਿਬ, ਕੌਣ ਹੈ ਜੀਆਂ ਤਾਕਤਾਂ ਨੇ ਜੋ ਇਹ ਕੰਮ ਕਰ ਰਹੀਆਂ ਨੇ? ਸਰਕਾਰ ਦੇ ਬੰਦੇ ਨੇ ਛੱਡੇ ਹੋਏ, ਸਰਕਾਰੀ ਏਜੰਸੀ ਨੇ। ਕਿਸਾਨਾਂ ਦੇ ਟੈਂਟ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਹਾਂ, ਕੀਤੀ। ਸਰਕਾਰ ਦੀਆਂ ਏਜੰਸੀਆਂ ਕਰ ਰਹੀਆਂ ਕੰਮ। ਇਹਦਾ ਹੋਰ ਦੇਖੋਗੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਨੰਗੀਆਂ ਕਰ ਦਿਆਂਗੇ 26 ਤੱਕ। ਤੁਸੀਂ ਦੇਖਿਓ ਸਹੀ। ਤੇ ਸਰ ਇਹ ਮੰਨਿਆ ਜਾਏ ਕਿ ਸਰਕਾਰ ਤੇ ਤੁਹਾਡੇ ਵਿੱਚ ਹੁਣ ਗੱਲਬਾਤ ਨਹੀਂ ਹੋਏਗੀ? ਨਹੀਂ, ਮੈਂ ਨਹੀਂ, ਮੇਰੇ ਮੂੰਹ 'ਚ ਨਾ ਪਾਓ। ਸਰਕਾਰ ਜੇ ਬੁਲਾਏਗੀ ਅਸੀਂ ਗੱਲਬਾਤ ਲਈ ਜਾਵਾਂਗੇ, ਨਹੀਂ ਬੁਲਾਏਗੀ ਅਸੀਂ ਆਪਣੀ 26 ਦੀ ਤਿਆਰੀ ਕਰਨ ਲੱਗੇ ਹਾਂ। ਜੇ 26 ਵੀ ਲੰਘ ਜੂ, ਅੱਗੇ ਵੀ ਅੰਦੋਲਨ ਚੱਲੂ। ਕਿਹੜਾ 26 ਕਿਹੜਾ ਐਂਡ ਹੈ? ਇਹ ਕਿਸਾਨ ਪਰੇਡ ਨੂੰ ਗ੍ਰਹਿ ਯੁੱਧ ਦਾ ਨਾਮ ਦਿੱਤਾ ਜਾ ਰਿਹਾ ਇਹਨਾਂ ਲੋਕਾਂ ਦੇ ਵੱਲੋਂ, ਇਹਨਾਂ ਨੂੰ ਕੀ ਸੰਦੇਸ਼ ਦੋਗੇ? ਨਹੀਂ, ਅਸੀਂ ਕੋਈ ਇਹਨੂੰ ਗ੍ਰਹਿ ਯੁੱਧ ਨਹੀਂ ਕਿਹਾ। ਇਹ ਆਪਣੇ ਆਪ 'ਚ ਜੇ ਅਸੀਂ ਇਹਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਸਾਡੇ ਦੇਸ਼ ਨੂੰ ਕਹਿੰਦੇ ਆ। ਕਿਸਾਨ ਪਹਿਲੀ ਵਾਰੀ ਆਪਣਾ ਗਣਤੰਤਰ ਮਨਾਉਣ ਆ ਰਿਹਾ, ਤੇ ਜੇ ਇਹ ਤੋਂ ਇੱਕ ਨਵੀਂ ਮਿਸਾਲ ਹੋਏਗੀ ਦੁਨੀਆ ਲਈ, ਪੂਰੀ ਦੁਨੀਆ ਲਈ ਇੱਕ ਮਿਸਾਲ ਹੋਏਗੀ। ਏਡੀ ਵੱਡੀ ਪੱਧਰ ਤੇ ਕਿਸਾਨ ਗਣਤੰਤਰ ਦਿਵਸ ਮਨਾਉਣ ਆ ਰਿਹਾ। ਨਾ ਅਸੀਂ ਇਹਨਾਂ ਦੇ ਕਿਸੇ ਪ੍ਰੋਗਰਾਮ ਨੂੰ ਡਿਸਟਰਬ ਕਰਨਾ, ਨਾ ਲਾਲ ਕਿਲੇ ਤੇ ਜਾਣਾ, ਨਾ ਅਸੀਂ ਇਹਨਾਂ ਦੇ ਇੰਡੀਆ ਗੇਟ ਜਾਣਾ, ਨਾ ਪਰੇਡ ਡਿਸਟਰਬ ਕਰਨੀ। ਅਸੀਂ ਪੀਸਫੁਲ ਹੁਣ ਤੱਕ ਰਹੇ ਹਾਂ, ਸਾਡਾ ਰਿਕਾਰਡ ਹੈ। ਅਸੀਂ ਫਿਰ ਵੀ ਪੀਸਫੁਲ ਰਹਾਂਗੇ, ਡਿਸਿਪਲਿਨ 'ਚ ਰਹਾਂਗੇ। ਤਾਂ 11 ਦੌਰ ਦੀ ਬੈਠਕ ਹੋਈ। 11ਵੇਂ ਦੌਰ ਦੀ ਬੈਠਕ ਵੀ ਅੱਜ ਬੇਸਿੱਟਾ ਰਹੀ। ਰਾਜੇਵਾਲ ਸਾਹਿਬ ਨੇ ਵੱਡੀ ਗੱਲ ਅੱਜ ਕਹੀ ਕਿ 26 ਤਰੀਕ ਤੱਕ ਅਸੀਂ ਕੇਂਦਰ ਦੀਆਂ ਜਿਹੜੀਆਂ ਏਜੰਸੀਆਂ ਨੇ, ਜਿਹੜੀਆਂ ਕਿ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਇਸ ਪੂਰੇ ਅੰਦੋਲਨ ਨੂੰ, ਉਹ ਕੇਂਦਰੀ ਏਜੰਸੀਆਂ ਨੂੰ ਅਸੀਂ ਨੰਗਾ ਕਰ ਦੇਵਾਂਗੇ। ਇਸ ਤੋਂ ਬਾਅਦ ਸਾਡੇ ਸਹਿਯੋਗੀ ਨੇ ਡਾਕਟਰ ਦਰਸ਼ਨਪਾਲ ਦੇ ਨਾਲ ਵੀ ਗੱਲਬਾਤ ਕੀਤੀ। ਉਹ ਕੀ ਕੁਝ ਕਹਿੰਦੇ ਵਿਖਾਈ ਦਿੱਤੇ, ਉਹ ਵੀ ਸੁਣ ਲੈਂਦੇ ਹਾਂ। ਡਾਕਟਰ ਦਰਸ਼ਨਪਾਲ ਨਾਲ ਗੱਲ ਕਰਾਂਗੇ। ਡਾਕਟਰ ਸਾਹਿਬ, ਅੱਜ ਕੀ ਰਿਹਾ ਬੈਠਕ? ਅੱਜ ਦੀ ਬੈਠਕ ਦੇ ਵਿੱਚ ਬਹੁਤਾ ਵਧੀਆ ਨਹੀਂ ਰਿਹਾ। ਬਹੁਤਾ ਵਧੀਆ ਕੀ ਵਧੀਆ ਹੀ ਨਹੀਂ ਰਿਹਾ। ਅੱਜ ਦੀ ਬੈਠਕ ਐਂ ਕਹ ਲਓ ਫੇਲ ਹੀ ਹੈ, ਬੇਸਿੱਟਾ ਹੈ, ਉਹ 'ਚੋਂ ਕੁਛ ਨਹੀਂ ਨਿਕਲਿਆ। ਮੰਤਰੀ ਉਹੀ ਆਪਣੀ ਪਹਿਲਾਂ ਵਾਲੀ ਜਿਹੜੀ ਪਰਸੋਂ ਵਾਲੀ ਪ੍ਰਪੋਜ਼ਲ ਤੇ ਹੀ ਆ ਗਏ ਕਿ ਉਹਨਾਂ ਨੂੰ ਕੰਸੀਡਰ ਕਰੋ। ਅਗਰ ਕੰਸੀਡਰ ਕਰਕੇ ਤੁਹਾਨੂੰ ਲੱਗਦਾ ਕਿ ਗੱਲਬਾਤ ਕਰਨੀ ਹੈ, ਫਿਰ ਆਪਾਂ ਜਦੋਂ ਵੀ ਤੁਸੀਂ ਕਹੋਗੇ ਉਦੋਂ ਗੱਲਬਾਤ ਕਰ ਸਕਦੇ ਹਾਂ।
ਦੂਸਰਾ ਹੈ ਕਿ ਜਿਹੜਾ ਬਲਕਿ ਇਸ ਕਿਸਮ ਦਾ ਜਿਹੜੀ ਫੇਲਿਅਰ ਹੈ ਗੱਲਬਾਤ ਦੀ, ਇਹ 2 ਮਹੀਨਿਆਂ ਦੇ ਬਾਅਦ ਹੋ ਚੁੱਕੀ ਹੈ ਪੂਰੀ ਤਰ੍ਹਾਂ। ਅੰਦੋਲਨ ਸਾਡਾ ਐ ਕਹ ਲਓ 26 ਤਰੀਕ ਨੂੰ ਤੀਸਰੇ ਮਹੀਨੇ 'ਚ ਐਂਟਰ ਹੋ ਜਾਣਾ ਹੈ। ਅੰਦੋਲਨ ਦੇ ਵਿੱਚ 26 ਤਰੀਕ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹਦੀ ਕਾਮਯਾਬੀ ਤੇ ਜ਼ੋਰ ਲਾਵਾਂਗੇ ਤੇ ਕੱਲ ਜਾਂ ਪਰਸੋਂ ਮੀਟਿੰਗ ਕਰਕੇ 26 ਤਰੀਕ ਤੋਂ ਬਾਅਦ ਦੇ ਜਿਹੜੇ ਐਕਸ਼ਨ ਨੇ ਉਹਨਾਂ ਨਾਲ। ਲੇਕਿਨ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਸਰਕਾਰ ਅੱਜ ਬਿਲਕੁਲ ਤੁਹਾਨੂੰ ਸਾਫ਼ ਕਰ ਗਈ, ਬਿਲਕੁਲ ਤੁਹਾਨੂੰ ਨਕਾਰ ਦਿੱਤਾ ਉਹਨਾਂ ਨੇ ਕਿ ਹੁਣ ਸਾਡੇ ਕੋਲ ਆ ਲਾਸਟ ਪ੍ਰਪੋਜ਼ਲ ਹੈ, ਤੁਸੀਂ ਮੰਨੋ ਜਾਂ ਨਾ ਮੰਨੋ? ਨਹੀਂ, ਮੈਨੂੰ ਐ ਨਹੀਂ ਲੱਗਦਾ ਹਲੇ ਵੀ ਟੈਕਟਿਕ। ਮੈਂ ਸੋਚ ਰਿਹਾ ਕਿ ਸਰਕਾਰ ਵੀ ਬਹੁਤ ਵਾਰੀ ਅਸਲ 'ਚ ਦਾਅ ਪੇਚ ਖੇਡਦੀ ਆ। ਮੈਨੂੰ ਇਹ ਲੱਗਦਾ ਹੈ, ਮੈਨੂੰ ਪਰਸਨਲੀ ਇਹ ਲੱਗਦਾ ਹੈ ਕਿ ਜਿੰਨਾ ਦਿੱਲੀ ਦੇ ਬਾਰਡਰਸ ਦੇ ਉੱਤੇ ਦਬਾਅ ਬਣਿਆ ਹੋਇਆ, ਜਾਂ ਤਾਂ ਸਰਕਾਰ ਹੁਣ ਉਹਨਾਂ ਨੂੰ ਜ਼ਬਰਦਸਤੀ ਉਠਾਉਣ ਦੀ ਕੋਸ਼ਿਸ਼ ਕਰੂਗੀ, ਜਾਂ ਫਿਰ ਸਰਕਾਰ ਆ ਜਿਹੜੀ ਕੱਲ ਨੂੰ ਜਾਂ ਪਰਸੋਂ ਨੂੰ ਹੋਰ ਚੁੱਕ। ਕਿਉਂਕਿ ਮੈਨੂੰ ਪਤਾ ਚੱਲਿਆ ਕਿ ਮੈਂ ਜਿੰਨੀ ਕੁ ਰਿਪੋਰਟ ਮਿਲੀ ਆ ਕਿ ਦਿੱਲੀ ਤੋਂ ਲੈ ਕੇ ਅੰਬਾਲੇ ਤੱਕ ਟਰੈਕਟਰਾਂ ਦੀਆਂ ਲਾਈਨਾਂ ਲੱਗੀਆਂ ਪਈਆਂ ਨੇ, ਮਤਲਬ ਅੱਗੜ ਪਿੱਛੇ ਟਰੈਕਟਰ ਟਰਾਲੀਆਂ ਆ ਰਹੀਆਂ ਨੇ, ਦੂਜੀ ਸੜਕ ਤੇ ਵੀ ਹੈਗੀ। ਸੋ ਸਰਕਾਰ ਆ ਜਿਹੜੀ ਜੇ ਇਸ ਮਾਸ ਪ੍ਰੈਸ਼ਰ ਨੂੰ ਵੀ ਕੁਛ ਨਹੀਂ ਸਮਝਦੀ ਤਾਂ ਸਰਕਾਰ ਦਾ ਰੱਬ ਰਾਖਾ। ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਸਰਕਾਰ ਦੇ ਵਿੱਚ ਕੋਈ ਵੀ ਸੰਸਾਰ ਦੇ ਅੰਦਰ ਜਿਹੀ ਸਰਕਾਰ ਹੋਊਗੀ ਜੋ ਐਡੇ ਵੱਡੇ ਜਨ ਅੰਦੋਲਨ ਨੂੰ ਨਹੀਂ ਸਮਝੂਗੀ। ਪਹਿਲਾਂ ਦੇ ਜਨ ਅੰਦੋਲਨ ਨੂੰ ਵੀ ਇਹਨੇ ਸਮਝਿਆ, ਪਰ ਇਹਨਾਂ ਦੀ ਅਸਲ 'ਚ ਹਿੰਮਤ ਨਹੀਂ ਪਈ ਕਿ ਆਪਣੇ ਆ ਜਿਹੜੇ 3 ਕਾਨੂੰਨ ਨੇ ਇਹਨਾਂ ਨੂੰ ਕਰ ਸਕਣ, ਰੱਦ ਕਰ ਸਕਣ। ਪਰ ਮੈਂ ਗੱਲ ਦਾਅਵੇ ਨਾਲ ਕਹਿਣਾ ਚਾਹੁੰਦਾ, ਮੈਨੂੰ ਬੜਾ ਵਿਸ਼ਵਾਸ ਹੈ ਇਸ ਗੱਲ ਤੇ ਕਿ ਜਨਤਾ ਦਾ ਐਡਾ ਵੱਡਾ ਅੰਦੋਲਨ ਹੈ, ਇਹ ਵਿਅਰਥ ਨਹੀਂ ਜਾਊਗਾ, ਇਹ ਨਾਕਾਮਯਾਬ ਨਹੀਂ। ਡਾਕਟਰ ਸਾਹਿਬ ਡੈਡਲੌਕ ਬਣਿਆ ਹੋਇਆ ਹੈ, ਡੈਡਲੌਕ ਇੱਕ ਤਰ੍ਹਾਂ ਦਾ ਬਣ ਗਿਆ ਇਹ, ਪੱਕਾ ਡੈਡਲੌਕ ਤਾਂ ਨਹੀਂ ਕਹਿੰਦੇ ਕਿਉਂਕਿ ਉਹਨਾਂ ਨੇ ਕਿਹਾ ਵੀ ਆਪਾਂ ਗੱਲਬਾਤ ਕਰਨ ਲਈ ਤਿਆਰ ਹੈ। ਇਨਡਾਇਰੈਕਟਲੀ ਉਹਨਾਂ ਨੇ ਜਾਨੀ ਬਾਲ ਸਾਡੇ ਵਿਹੜੇ 'ਚ ਸਿੱਟੀ ਆ। ਹੁਣ ਅਸੀਂ ਮੀਟਿੰਗ ਕਰਕੇ ਇਹਦੇ ਤੇ ਸੋਚਾਂਗੇ ਇਹ ਏਜੰਡਾ ਡੈਡਲੌਕ ਵਾਲਾ ਇਹਨਾਂ ਦਾ ਸੋਚਣਾ ਜਾਂ ਨਹੀਂ ਸੋਚਣਾ। ਐਮਐਸਪੀ ਨੂੰ ਲੈ ਕੇ ਗੱਲਬਾਤ ਹੋਈ? ਐਮਐਸਪੀ ਕਿਸੇ ਚੀਜ਼ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ। ਤੇ ਸਰਕਾਰ ਦਾ ਰਵੱਈਆ ਬਿਲਕੁਲ ਤੁਹਾਡੇ ਲਈ ਅੱਜ ਸਾਫ਼ ਹੈ ਕਿ ਹੁਣ ਤੁਸੀਂ ਲੋਕ ਅੱਜ ਬੜਾ ਕਲੀਅਰ ਸਾਫ਼ ਸੀ ਕਿ ਉਹਨਾਂ ਨੇ ਇੱਕ ਤਰ੍ਹਾਂ ਨਾਲ ਸ਼ੋਅ ਕੀਤਾ ਵੀ ਅਸੀਂ ਗੱਲਬਾਤ ਕਰਨ ਵਾਸਤੇ ਵੀ ਨਹੀਂ ਚਾਹੁੰਦੇ, ਤੁਸੀਂ ਉਹ ਪ੍ਰਪੋਜ਼ਲ ਨੂੰ ਕੰਸੀਡਰ ਕਰੋ, ਕੱਲ ਨੂੰ ਕੰਸੀਡਰ ਕਰੋਗੇ ਤਾਂ ਵੀ ਗੱਲਬਾਤ ਕਰਨ ਲਈ ਤਿਆਰ ਹੈ। ਸੋ ਉਹ ਜਿਹੜੀ ਨਿੱਕੀ ਜੀ ਨੈਰੋ ਓਪਨਿੰਗ ਹੈ ਜਿਹੜੀ ਉਹ ਰੱਖੀ ਹੋਈ ਹੈ। ਤੁਹਾਨੂੰ ਧਮਕੀਆਂ ਵੀ ਆ ਰਹੀਆਂ ਨੇ? ਨਹੀਂ, ਮੈਨੂੰ ਇੱਕ ਧਮਕੀ ਫੋਨ ਤੇ ਆਈ ਸੀ, ਉਹ ਧਮਕੀ ਫੋਨ ਤੋਂ ਪਹਿਲਾਂ ਆਈ ਸੀ, ਫੋਨ ਤੇ ਆਈ ਸੀ ਸਵੇਰੇ 9:15 ਵਜੇ ਐਗਜ਼ੈਕਟਲੀ, ਜਿਹਦੇ ਵਿੱਚ ਬੋਲਣ ਵਾਲਾ ਬੰਦਾ ਸਰਕਾਰ ਦਾ ਪੱਖ ਲੈ ਕੇ ਕਹਿ ਰਹੇ ਸੀ ਵੀ ਸਰਕਾਰ ਨੇ ਇੰਨਾ ਕੁਝ ਕਰਤਾ, ਤੁਸੀਂ ਕਿਉਂ ਨਹੀਂ ਕੁਝ ਅੱਗੇ ਆਉਂਦੇ, ਨਾਲ ਗਾਲਾਂ ਦਿੱਤੀਆਂ ਮਾਂ ਭੈਣਾਂ ਦੀਆਂ ਉਹਨੇ, ਤੇ ਮੈਂ ਫੋਨ ਬੰਦ ਕਰਤਾ। 26 ਤੋਂ ਪਹਿਲਾਂ ਕੋਈ ਮੀਟਿੰਗ ਦੀ ਚਾਂਸ? ਮੈਂ ਤਾਂ ਆਸਵੰਦ ਹਾਂ ਕਿ ਸਰਕਾਰ 26 ਤੋਂ ਪਹਿਲਾਂ ਗੱਲਬਾਤ ਲਈ ਜ਼ਰੂਰ ਬੁਲਾਊ। ਤਾਂ ਡਾਕਟਰ ਦਰਸ਼ਨਪਾਲ ਨੂੰ ਸੁਣਿਆ, ਉਹਨਾਂ ਨੇ ਕਿਹਾ ਆਸਵੰਦ ਜ਼ਰੂਰ ਹਾਂ, ਪਰ ਅੱਜ ਦੀ ਮੀਟਿੰਗ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਨੂੰ ਬਹੁਤਾ ਸੁਖਾਲਾ ਨਹੀਂ ਕਿਹਾ ਜਾ ਸਕਦਾ। ਅੱਜ ਦੀ ਮੀਟਿੰਗ ਕੋਈ ਚੰਗਾ ਸਿੱਟਾ ਨਹੀਂ ਕੱਢ ਸਕੀ, ਬੇਸਿੱਟਾ ਹੀ ਰਹੀ ਅੱਜ ਦੀ ਮੀਟਿੰਗ। ਪਰ ਤੁਹਾਨੂੰ ਵਿਸਥਾਰ ਨਾਲ ਹੁਣ ਦੱਸਦੇ ਹਾਂ 11ਵੇਂ ਦੌਰ ਦੀ ਬੈਠਕ 'ਚ ਅੱਜ ਕੀ ਹੋਇਆ। 50 ਮਿੰਟ ਦੇਰੀ ਦੇ ਨਾਲ ਪਹਿਲਾਂ ਗੱਲਬਾਤ ਸ਼ੁਰੂ ਹੋਈ, ਸ਼ੁਰੂ ਹੋਣ 'ਚ ਹੀ 50 ਮਿੰਟ ਦੀ ਦੇਰੀ। ਉਸ ਤੋਂ ਬਾਅਦ ਬੈਠਕ ਸ਼ੁਰੂ ਹੁੰਦਿਆਂ ਹੀ ਕਿਸਾਨਾਂ ਨੇ ਕਿਸਾਨਾਂ ਕੋਲ ਰੁਲਦੂ ਸਿੰਘ ਦੀ ਕਾਰ ਦਾ ਸ਼ੀਸ਼ਾ ਤੋੜ ਜਾਣ ਦਾ ਮਾਮਲਾ ਚੁੱਕਿਆ। ਡਾਕਟਰ ਦਰਸ਼ਨਪਾਲ ਨੂੰ ਫੋਨ ਤੇ ਜਿਸ ਢੰਗ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਵੀ ਮਾਮਲਾ ਚੁੱਕਿਆ ਗਿਆ। ਮੰਤਰੀਆਂ ਨੇ ਕਿਸਾਨਾਂ ਵੱਲੋਂ ਸੁਝਾਅ ਰੱਦ ਕਰਨ ਸੰਬੰਧੀ ਮੀਡੀਆ 'ਚ ਜਾਣ ਤੇ ਇਤਰਾਜ਼ ਦਾ ਪ੍ਰਗਟਾਵਾ ਕੀਤਾ। ਕਿਸਾਨਾਂ ਨੇ ਸਰਕਾਰ ਵੱਲੋਂ ਦਿੱਤਾ ਨਵਾਂ ਸੁਝਾਅ ਮੁੜ ਤੋਂ ਰੱਦ ਕੀਤਾ। ਕਾਨੂੰਨ ਰੱਦ ਕਰਨ ਦੀ ਮੰਗ ਨੂੰ ਮੁੜ ਤੋਂ ਦੁਹਰਾਇਆ ਗਿਆ। 15 ਮਿੰਟ ਦੀ ਹੀ ਗੱਲਬਾਤ ਹੋਈ ਕਿ ਇਸ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਤੇ ਮੁੜ ਵਿਚਾਰ ਕਰਨ ਦੇ ਲਈ ਕਿਹਾ। 15 ਮਿੰਟ ਦੀ ਬ੍ਰੇਕ ਤੋਂ ਬਾਅਦ ਵੀ ਗੱਲਬਾਤ ਸ਼ੁਰੂ ਨਹੀਂ ਹੋ ਸਕੀ। ਲੰਚ ਬ੍ਰੇਕ ਕੀਤਾ ਗਿਆ। ਸ਼ਾਮ 5 ਵਜੇ 3 ਘੰਟੇ ਦੇ ਇੰਤਜ਼ਾਰ ਤੋਂ ਬਾਅਦ ਮੰਤਰੀ ਗੱਲਬਾਤ ਦੇ ਲਈ ਮੁੜ ਤੋਂ ਆਏ। ਸਰਕਾਰ ਨੇ ਪੁਰਾਣੇ ਸੁਝਾਅ ਦੀ ਗੱਲ ਦੁਹਰਾਈ ਤੇ ਨਾਲ ਹੀ ਕਹਿ ਦਿੱਤਾ ਕਿ ਸਾਡੇ ਕੋਲ ਦੇਣ ਨੂੰ ਹੋਰ ਕੁਝ ਜ਼ਿਆਦਾ ਨਹੀਂ ਹੈ, ਅਸੀਂ ਜੋ ਦੇ ਸਕਦੇ ਸੀ ਕਹਿਣਾ ਸੀ ਕਹਿ ਦਿੱਤਾ। ਕੇਂਦਰ ਕਿਸਾਨਾਂ ਵਿਚਾਲੇ ਗੱਲਬਾਤ ਟੁੱਟੀ, ਕਿਸਾਨ ਆਗੂ ਬਾਹਰ ਆ ਗਏ। ਇਹ ਹੈ ਅੱਜ ਦੀ ਸਾਰੀ ਮੀਟਿੰਗ ਦਾ ਵਿਸਥਾਰ ਦੇ ਨਾਲ ਵੇਰਵਾ ਕਿ ਅੱਜ ਕੀ ਕੁਝ ਹੋਇਆ। ਕਹਿਣ ਨੂੰ ਭਾਵੇਂ 3-4 ਘੰਟੇ ਚੱਲਦੀ ਰਹੀ ਮੀਟਿੰਗ, ਪਰ ਮੀਟਿੰਗ ਇਸ ਦੇ ਵਿੱਚੋਂ ਗੱਲਬਾਤ ਸਿਰਫ 15-20 ਮਿੰਟ ਹੀ ਹੋਈ ਹੈ। ਉਸ ਤੋਂ ਬਾਅਦ ਲੰਚ ਬ੍ਰੇਕ ਹੋਈ। ਲੰਚ ਬ੍ਰੇਕ ਤੋਂ ਬਾਅਦ 3-4 ਘੰਟੇ ਕਿਸਾਨ ਇੰਤਜ਼ਾਰ ਹੀ ਕਰਦੇ ਰਹਿ ਗਏ, ਪਰ ਕੋਈ ਵੀ ਕੇਂਦਰੀ ਮੰਤਰੀ ਆਇਆ ਹੀ ਨਹੀਂ। ਮੁੜ ਕੇ ਆਏ 5 ਮਿੰਟਾਂ 'ਚ ਮੁੜ ਤੋਂ ਆਪਣੀ ਗੱਲ ਦੁਹਰਾਈ ਕਿ ਪੁਰਾਣੇ ਪ੍ਰਸਤਾਵ ਦੇ ਉੱਪਰ ਤੁਸੀਂ ਵਿਚਾਰ ਕਰੋ ਤੇ ਇੰਨੀ ਗੱਲ ਕਹਿਣ ਤੋਂ ਬਾਅਦ ਮੀਟਿੰਗ ਖਤਮ। ਐਲਾਨ ਕਰ ਦਿੱਤਾ ਗਿਆ, ਕਿਸਾਨ ਆਗੂ ਬਾਹਰ ਆ ਗਏ। ਫਿਲਹਾਲ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਸਾਡੇ ਸਹਿਯੋਗੀ ਰਮਨ ਇਸ ਵੇਲੇ ਜੁੜ ਰਹੇ ਨੇ। ਰਮਨ, ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਅਸੀਂ ਕਈ ਉਤਾਰ ਚੜਾਅ ਵੇਖੇ, ਕਈ ਵਾਰ ਦਿਲ 'ਚ ਖਿਆਲ ਆਉਂਦਾ ਹੈ ਕਿ ਨਹੀਂ ਸ਼ਾਇਦ ਅੱਜ ਸਰਕਾਰ ਆਪਣੇ ਪਿਟਾਰੇ 'ਚੋਂ ਕੁਝ ਕੱਢ ਦੇਗੀ, ਹੋ ਸਕਦਾ ਹੈ ਕਿ ਸਰਕਾਰ ਥੋੜੀ ਨਰਮ ਪੈ ਜਾਵੇ, ਪਰ ਅੱਜ ਜਿਸ ਢੰਗ ਦੇ ਇੱਕ ਤੇਵਰਾਂ ਦੇ ਵਿੱਚ ਤਲਖੀ ਵਿਖਾਈ ਦਿੱਤੀ ਨਰਿੰਦਰ ਤੋਮਰ ਦੇ, ਉਸ ਤੋਂ ਕਿਤੇ ਨਾ ਕਿਤੇ ਕੀ ਇਹ ਸੰਕੇਤ ਮਿਲਦੇ ਨੇ ਕਿ ਹੁਣ ਸਰਕਾਰ ਇਸ ਤੋਂ ਵੱਧ ਵਾਕਈ 'ਚ ਕਿਸਾਨਾਂ ਨੂੰ ਹੋਰ ਕੁਝ ਦੇਣ ਨੂੰ ਰਾਜੀ ਨਹੀਂ ਹੈ। ਜੋ ਕਹਿਣਾ ਸੀ ਸਰਕਾਰ ਨੇ ਕਹਿ ਦਿੱਤਾ। ਔਰ ਵੱਡੀ ਗੱਲ ਹੈ ਕਿ ਗੇਂਦ ਮੁੜਕ ਤੋਂ ਅਜਿਹੇ ਢੰਗ ਦੇ ਨਾਲ ਪਾਲੇ 'ਚ ਸੁੱਟੀ ਗਈ ਹੈ ਕਿਸਾਨਾਂ ਦੇ ਕਿ ਜੇਕਰ ਹੁਣ ਇਸ ਤੋਂ ਵੱਧ ਕੋਈ ਵਧੀਆ ਸੁਝਾਅ ਤੁਹਾਡੇ ਕੋਲ ਆਏਗਾ ਤੇ ਸਾਡੇ ਕੋਲ ਮੀਟਿੰਗ ਕਰਨ ਦੇ ਲਈ ਆ ਜਾਣਾ, ਨਹੀਂ ਤੇ ਦਿਸ ਇਜ਼ ਆਲ, ਇਹੋ ਹੀ ਹੈ ਜੋ ਕੁਝ ਅਸੀਂ ਦੇ ਸਕਦੇ ਹਾਂ। ਕੀ ਸਿੱਟਾ ਸਮਝਿਆ ਜਾਵੇ ਇਸ ਸਾਰੀ ਗੱਲਬਾਤ ਦਾ?
ਜੇ ਅਮਿਤ ਜਿਹੜੇ ਹੁਣ ਦੇ ਹਾਲਾਤ ਜੇ ਅਸੀਂ ਕੇਂਦਰ ਸਰਕਾਰ ਦੇ ਸੰਦਰਭ ਵਿੱਚ ਦੇਖੀਏ ਔਰ ਕਿਸਾਨਾਂ ਦੇ ਸੰਦਰਭ ਵਿੱਚ ਦੇਖੀਏ ਤਾਂ ਹਾਲਾਤ ਅਜਿਹੇ ਮੋੜ ਤੇ ਖੜੇ ਨੇ ਕਿ ਅਗਲੀ ਮੀਟਿੰਗ ਹੋਵੇਗੀ ਕਦੋਂ, ਕਰੇਗਾ ਕੌਣ, ਪਹਿਲ ਕੌਣ ਕਰੇਗਾ, ਡਾਇਲੌਗ ਵੱਲ ਜਿਹੜੇ ਹੱਥ ਕੌਣ ਵਧਾਵੇਗਾ। ਕਿਸਾਨ ਵਧਾਉਣਗੇ, ਸਰਕਾਰ ਤੋਂ ਸਮਾਂ ਲੈਣਗੇ ਜਾਂ ਸਮਾਂ ਦੇਣਗੇ, ਜਾਂ ਇਸੇ ਪ੍ਰਪੋਜ਼ਲ ਨੂੰ ਲੈ ਕੇ ਦੁਬਾਰਾ ਵਿਚਾਰ ਕਰਨਗੇ। ਜਿਹੜੀ ਪ੍ਰਪੋਜ਼ਲ ਰੱਦ ਕੀਤੀ ਹੈ ਤਾਂ ਜਿਹੜੀ ਹੁਣ ਜਿਹੜੀ ਹਾਲਤ ਜਿਹੜੀ ਹੈਗੀ, ਹਾਲਾਤ ਦੋਵੇਂ ਪਾਸੇ ਤੋਂ ਬੜੇ ਗੰਭੀਰ ਨੇ। ਪਹਿਲੀ ਗੰਭੀਰਤਾ ਇਹ ਹੈ ਕਿ ਜਿਹੜੀ ਪ੍ਰਪੋਜ਼ਲ ਨੂੰ ਰੱਦ ਕੀਤਾ ਗਿਆ ਸੀ, ਜੇਕਰ ਕਿਸਾਨ ਜਥੇਬੰਦੀਆਂ ਮੁੜ ਉਸ ਤੇ ਵਿਚਾਰ ਕਰਦੀਆਂ ਵੀ ਨਹੀਂ ਤਾਂ ਉਹ ਵਿਚਾਰ ਦਾ ਮਤਲਬ ਕੀ ਰਹਿ ਜਾਂਦਾ। ਜੇਕਰ ਉਹ ਵਿਚਾਰ ਕਰਨ ਤੋਂ ਬਾਅਦ ਕਿਸੇ ਮਸਲੇ ਵੱਲ ਪਹੁੰਚਦੀਆਂ ਨੇ ਤਾਂ ਇੰਟਰਵੀਨ ਕੌਣ ਕਰੇਗਾ? ਕੀ ਜਥੇਬੰਦੀਆਂ ਖੁਦ ਸਰਕਾਰ ਤੱਕ ਪਹੁੰਚ ਕਰਨੀਆਂ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਤਾਂ ਇਹ ਸੰਕੇਤ ਜਾਏਗਾ ਕਿ ਸ਼ਾਇਦ ਜਿਹੜੀ ਹੁਣ ਨੈਗੋਸ਼ੀਏਸ਼ਨ ਵੱਲ ਜਥੇਬੰਦੀਆਂ ਵੱਧ ਰਹੀਆਂ ਨੇ। ਤਾਂ ਹੁਣ ਜਿਹੜੇ ਹਾਲਾਤ ਨੇ, ਕੇਂਦਰ ਸਰਕਾਰ ਲਾਜ਼ਮੀ ਤੌਰ ਤੇ ਕਹਿ ਸਕਦੇ ਹਾਂ ਕਿ ਹੁਣ ਪਹਿਲ ਨਹੀਂ ਕਰੇਗੀ, ਕਿਉਂਕਿ ਕੇਂਦਰ ਸਰਕਾਰ ਜੋ ਆਖਰੀ 5 ਮਿੰਟ ਗੱਲਬਾਤ ਹੋਈ ਉਹਦੇ ਵਿੱਚ ਨਰਿੰਦਰ ਤੋਮਰ ਵੱਲੋਂ ਜੋ ਸ਼ਬਦ ਵਰਤੇ ਗਏ कि हमारे पास आखिरी यही विकल्प बचा था, इस पर ही आपको दोबारा विचार करना होगा। ये शब्द ਜਿਹੜੇ ਦੁਹਰਾਏ ਗਏ ਸਨ ਅੰਦਰ, ਤਾਂ ਉਹ ਸ਼ਬਦ ਇਹ ਦੱਸਦੇ ਨੇ ਕਿ ਕੇਂਦਰ ਸਰਕਾਰ ਵੱਲੋਂ ਜੋ ਪ੍ਰਪੋਜ਼ਲ ਦਿੱਤੀ ਗਈ, ਕੇਂਦਰ ਸਰਕਾਰ ਤੁਹਾਨੂੰ ਆਪਣੀ ਆਖਰੀ ਪ੍ਰਪੋਜ਼ਲ ਮੰਨ ਕੇ ਚੱਲ ਰਹੀ ਹੈ ਔਰ ਜਿਹੜੇ ਕਿਸਾਨ ਹੈਗੇ ਉਹਨਾਂ ਨੂੰ ਉਸੇ ਪ੍ਰਪੋਜ਼ਲ ਦੇ ਦੁਬਾਰਾ ਮੰਥਨ ਕਰਨਾ ਹੋਵੇਗਾ। ਔਰ ਸਭ ਤੋਂ ਵੱਡੀ ਹੁਣ ਜਿਹੜੀ ਡੈਡਲੌਕ ਜਿਹੜਾ ਬਣਿਆ ਹੈਗਾ, ਉਹ ਡਾਇਲੌਗ ਵੱਲ ਗੱਲ ਕਦੋਂ ਵਧੇਗੀ, ਕਿਵੇਂ ਵਧੇਗੀ, ਕੀ 26 ਮਾਰਚ ਦੀ ਪਰੇਡ ਤੋਂ ਗੱਲਬਾਤ ਹੋਵੇਗੀ ਜਾਂ 26 ਜਨਵਰੀ ਦੀ ਪਰੇਡ ਤੋਂ ਬਾਅਦ ਜਾਂ 26 ਜਨਵਰੀ ਦੀ ਪਰੇਡ ਲੰਘਣ ਤੋਂ ਬਾਅਦ ਗੱਲਬਾਤ ਹੋਵੇਗੀ। ਹੁਣ ਇਹ तमाम ਸਵਾਲ ਜਿਹੜੇ ਹੈਗੇ ਨੇ ਇਸ ਮੀਟਿੰਗ ਤੋਂ ਬਾਅਦ ਖੜੇ ਹੁੰਦੇ ਨੇ। ਤਾਂ ਹੁਣ ਜੋ ਸਾਡੇ ਕੋਲ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਹੰਗਾਮੀ ਮੀਟਿੰਗ ਪੰਜਾਬ ਦੀਆਂ 32 ਜਥੇਬੰਦੀਆਂ ਦੀ ਬੁਲਾ ਲਈ ਗਈ ਹੈ ਸੰਯੁਕਤ ਮੋਰਚਾ ਵੱਲੋਂ। ਔਰ ਉਸ ਮੀਟਿੰਗ ਦੇ ਵਿੱਚ ਕਿਹਾ ਗਿਆ ਹੈ ਕਿ ਹਰੇਕ ਜਥੇਬੰਦੀ ਦੇ 2 ਤੋਂ 3 ਆਗੂ ਸ਼ਾਮਲ ਲਾਜ਼ਮੀ ਤੌਰ ਤੇ ਰਹਿਣ। ਕਿਤੇ ਨਾ ਕਿਤੇ ਰਣਨੀਤੀ ਬਣਾਉਂਦੀਆਂ ਹੋਈਆਂ ਜਥੇਬੰਦੀਆਂ ਵੀ ਨਜ਼ਰ ਆ ਰਹੀਆਂ ਨੇ। ਬਿਲਕੁਲ ਰਮਨ, ਇਸ ਗੱਲ ਦੇ ਵਿੱਚ ਹੁਣ ਕੋਈ ਦੋ ਰਾਏ ਨਹੀਂ ਰਹਿ ਜਾਂਦੀ ਕਿ 26 ਤਰੀਕ ਤੱਕ ਤੇ ਫਿਲਹਾਲ ਕੋਈ ਮੀਟਿੰਗ ਹੁੰਦੀ ਹਾਲ ਫਿਲਹਾਲ ਦੀ ਘੜੀ ਵਿਖਾਈ ਨਹੀਂ ਦਿੰਦੀ। ਜਿਸ ਢੰਗ ਦੇ ਨਾਲ ਹੁਣ ਇੱਕ ਤਲਖੀ ਭਰਿਆ ਰਵੱਈਆ ਵੀ ਅੱਜ ਸਰਕਾਰ ਦਾ ਤਲਖੀ ਭਰਿਆ ਰਵੱਈਆ ਹੀ ਹੈ ਕਿ 3-4 ਘੰਟੇ ਇੰਤਜ਼ਾਰ ਕਰਵਾਇਆ ਗਿਆ, ਉਸ ਤੋਂ ਬਾਅਦ 5 ਮਿੰਟਾਂ 'ਚ ਆ ਕੇ ਮੁੜ ਤੋਂ ਕਹਿ ਦਿੱਤਾ ਗਿਆ ਕਿ ਸਾਡੇ ਕੋਲ ਜੋ ਸੀ ਆਫਰ ਕਰਨਾ ਸੀ ਅਸੀਂ ਕਰ ਦਿੱਤਾ। 26 ਤਰੀਕ ਤੱਕ ਤੇ ਸ਼ਾਇਦ ਹੁਣ ਟਰੈਕਟਰ ਪਰੇਡ ਦੇ ਉੱਪਰ ਹੀ ਫੋਕਸ ਰਹੇਗਾ, ਪਰ 26 ਤੋਂ ਬਾਅਦ ਵੀ ਕੋਈ ਕਿਸੇ ਢੰਗ ਦੇ ਨਾਲ ਕੋਈ ਬੈਂਟ ਹੋਵੇਗਾ, ਕਿਸਾਨ ਚੁੱਕਣਗੇ ਜਾਂ ਸਰਕਾਰ ਚੁੱਕੇਗੀ, ਕਿਸੇ ਢੰਗ ਦੇ ਕੋਈ ਅਜਿਹੇ ਸੰਕੇਤ ਵੀ ਵਿਖਾਈ ਦੇ ਰਹੇ ਨੇ। ਕਿਉਂਕਿ ਗੱਲਬਾਤ ਬੜੀ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਹੋਈ ਸੀ, ਬੜੀ ਆਸਾਂ ਉਮੀਦਾਂ ਦੇ ਨਾਲ ਸ਼ੁਰੂ ਹੋਈ ਸੀ, ਪਰ ਹੁਣ ਲੱਗਦਾ ਹੈ ਕਿ ਗੱਲ ਜਾਂ ਤਾਂ ਠੰਡੇ ਬਸਤੇ 'ਚ ਜਾਏਗੀ ਜਾਂ ਫਿਰ ਇਹ ਅੰਦੋਲਨ ਇੱਕ ਹੋਰ ਵੱਡੇ ਸਿਖਰਲੇ ਪੱਧਰ ਤੇ ਜਾਂਦਾ ਵਿਖਾਈ ਦੇਗਾ। ਜੇ ਅਮਿਤ ਆਮ ਤੌਰ ਤੇ ਕਿਹਾ ਜਾਂਦਾ ਕਿ ਦੋ ਧੜਿਆਂ ਦੇ ਵਿੱਚ ਨਾਰਾਜ਼ਗੀ ਪੈਦਾ ਹੋ ਜਾਵੇ, ਡੈਡਲੌਕ ਪੈਦਾ ਹੋ ਜਾਵੇ ਤਾਂ ਤੀਜੀ ਧਿਰ ਇੰਟਰਵੀਨ ਕਰ ਲਈ ਜਾਂਦੀ ਹੈ ਗਿਆ। ਇੱਥੇ ਸਭ ਤੋਂ ਵੱਡੀ ਸਮੱਸਿਆ ਹੈ ਕਿ ਤੀਜੀ ਧਿਰ ਵੀ ਨਹੀਂ ਹੈ। ਸੁਪਰੀਮ ਕੋਰਟ ਦੀ ਕਮੇਟੀ ਮੰਨਣ ਨੂੰ ਜਿਹੜੇ ਹੈਗੇ ਨੇ ਕਿਸਾਨ ਆਗੂ ਤਿਆਰ ਨਹੀਂ, ਤਾਂ ਸਰਕਾਰ ਕੋਲੇ ਦੂਸਰਾ ਵਿਕਲਪ ਨਹੀਂ ਬਚਦਾ ਕਿ ਤੀਜੀ ਧਿਰ ਦੇ ਥਰੂ ਜਿਹੜੀ ਹੈਗੀ ਗੱਲਬਾਤ ਸ਼ੁਰੂ ਕੀਤੀ ਜਾ ਸਕੇ। ਤਾਂ ਹੁਣ ਜਿਹੜੀ ਹਾਲਾਤ ਇਹ ਨੇਗੇ, ਕਿਸਾਨ ਆਗੂ ਆਪਣਾ ਚਾਹੇ ਕੋਈ ਵੀ ਫੈਸਲਾ ਲੈ ਲੈਣ, ਪਰ ਹੁਣ ਸਰਕਾਰ ਦੇ ਸਾਹਮਣੇ ਕਿਸ ਗੱਲ ਨਾਲ ਲੈ ਕੇ ਜਾਣਗੇ ਕਿ ਅਸੀਂ ਤੁਹਾਡੀ ਪ੍ਰਪੋਜ਼ਲ ਐਕਸੈਪਟ ਕਰਦੇ ਹਾਂ। ਇਹ ਤੱਕ ਨਹੀਂ ਕਹਿਣ ਜਾ ਕੇ ਕਿ ਅਸੀਂ ਤੁਹਾਡੀ ਦੁਬਾਰਾ ਪ੍ਰਪੋਜ਼ਲ ਰਿਜੈਕਟ ਕਰਦੇ ਹਾਂ, ਕਿਉਂਕਿ ਉਹ ਤਾਂ ਆਲਰੇਡੀ ਫੈਸਲਾ ਸੁਣਾ ਦਿੱਤਾ ਹੈ ਕਿਸਾਨ ਜਥੇਬੰਦੀਆਂ ਨੇ। ਤਾਂ ਹੁਣ ਹਾਲਾਤ ਜਿਹੜੇ ਹੈਗੇ ਨੇ ਇਸ ਮੋੜ ਤੇ ਖੜੇ ਨੇ ਕਿ ਗੱਲਬਾਤ ਵਧਾਉਣ ਦੇ ਲਈ ਹੱਥ ਕਿਹੜਾ ਅੱਗੇ ਆਵੇਗਾ। ਕਿਤੇ ਇਹ ਹਾਲਾਤ ਨਾ ਹੋ ਜਾਣ, ਜੇ ਪੰਜਾਬੀ ਵਿੱਚ ਕਹਿੰਦੇ ਆ ਕਿ ਜਿਹੜੀਆਂ ਹੱਥ ਨਾਲ ਦਿੱਤੀਆਂ ਗੰਢਾਂ ਆਈਆਂ ਕਦੇ ਮੂੰਹ ਨਾਲ ਨਹੀਂ ਖੁੱਲਦੀਆਂ, ਕਿਤੇ ਅਜਿਹੇ ਹਾਲਾਤਾਂ ਦੀ ਨੌਬਤ ਨਾ ਆ ਜਾਵੇ। ਇਸ ਨੂੰ ਲੈ ਕੇ ਚਿੰਤਾ ਜਿਹੜੀ ਹੈਗੀ ਆ ਉਹ ਸਰਕਾਰ ਦੇ ਦਰਬਾਰੇ ਵੀ ਹੈਗੀ ਔਰ ਕਿਸਾਨਾਂ ਦੇ ਦਰਬਾਰੇ ਵੀ ਹੈਗੀ ਆ। ਬਿਲਕੁਲ ਵੇਖਣਾ ਬੇहद ਖਾਸ ਅਤੇ ਦਿਲਚਸਪ ਰਹੇਗਾ ਕਿ ਆਖਰਕਾਰ ਹੈ ਪੂਰਾ ਮਾਹੌਲ ਜਿਹੜਾ ਹੈ, ਜਿਹੜੀ ਇੱਕ ਢੰਗ ਦੀ ਹਾਲਾਂਕਿ ਸ਼ਬਦਾਂ ਦੇ ਵਿੱਚ ਤੇ ਹਲੇ ਨਹੀਂ ਆਈ, ਪਰ ਜੇਕਰ ਵਾਕਈ 'ਚ ਕੁੜੱਤਣ ਸ਼ਬਦਾਂ ਦੇ ਰੂਪ ਦੇ ਵਿੱਚ ਸਾਹਮਣੇ ਆਉਣੀ ਸ਼ੁਰੂ ਹੋ ਗਈ ਤਾਂ ਮਾਮਲਾ ਹੋਰ ਜ਼ਿਆਦਾ ਇੱਥੋਂ ਇੱਕ ਵੱਖਰਾ ਮੋੜ ਵੀ ਲੈ ਸਕਦਾ ਹੈ। ਹਾਲੇ ਤਾਂ ਗੱਲਬਾਤ ਹੋ ਰਹੀ ਹੈ, ਡਾਇਲੋਗ ਹੋ ਰਹੀ ਹੈ, ਹੋ ਸਕਦਾ ਹੈ ਕਿ ਇਸ ਤੋਂ ਬਾਅਦ ਦੇ ਡਾਇਲੋਗ ਵੀ ਕਿਤੇ ਟੁੱਟ ਨਾ ਜਾਵੇ। ਵੇਖਣਾ ਬੇहद ਦਿਲਚਸਪ ਰਹੇਗਾ। ਬੇहद ਸ਼ੁਕਰੀਆ ਫਿਲਹਾਲ ਰਮਨ ਇਸ ਸਾਰੀ ਖਬਰ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ।